ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਹਾਂਪੁਰਸ਼ਾਂ ਦਾ ਜੋ ਸਥਾਨ ਹੈ ਸਮਾਧ ਭਾਈ, ਇਸ ਸਥਾਨ ਦੇ ਉੱਤੇ ਨਗਰ ਦੇ ਵਿੱਚ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਜਿੱਥੇ ਆ ਕੇ ਸੰਗਤ ਨੂੰ ਉਪਦੇਸ਼ ਕਰਿਆ ਕਰਦੇ ਸਨ, ਜਿੱਥੇ ਚਰਨ ਉਹਨਾਂ ਦੇ ਪਏ, ਕਮਾਈਆਂ ਕੀਤੀਆਂ, ਜਿੱਥੇ ਬੈਠਨ ਸਾਧ ਜਨ ਸੋ ਥਾਨ ਸੁਹੰਦਾ। ਗੁਰੂ ਅਤੇ ਸਿੱਖ ਦੇ ਵਿੱਚ ਆਪਸ ਵਿੱਚ ਸਤਿਗੁਰਾਂ ਨੇ ਕੋਈ ਫਰਕ ਨਹੀਂ ਰੱਖਿਆ ਹੈ। ਇਹ ਮਹਾਰਾਜ ਦੀ ਵੀ ਲੀਲਾ ਹੈ। ਨਹੀਂ ਤਾਂ ਜੇ ਵਿਚਾਰ ਕੇ ਦੇਖੀਏ, ਕਿਸੇ ਨੇ ਤਾਂ ਇਉਂ ਕਿਹਾ ਕਿ ਮੈਂ ਤੁਹਾਡਾ ਅਯਾਲੀ ਹਾਂ, ਤੁਸੀਂ ਮੇਰੀਆਂ ਭੇਡਾਂ, ਇਹ ਪਦਵੀ ਮਿਲੀ। ਸੋ ਕਿਸੇ ਨੇ ਕਿਹਾ ਮੈਂ ਪਰਮਾਤਮਾ ਦਾ ਭੇਜਿਆ ਹੋਇਆ ਹਾਂ, ਤੁਸੀਂ ਆਮ ਜੇ ਜੀਵ ਹੋ। ਸੋ ਕਹਿਣ ਤੋਂ ਭਾਵ ਸਭ ਨੂੰ ਆਪਣੇ ਜੋ ਪੈਰੋਕਾਰ ਸਨ ਥੱਲੇ ਹੀ ਰੱਖਣਾ ਕੀਤਾ ਸਭ ਨੂੰ। ਇਹ ਜਿਹੜੀ ਆਮ ਦੁਨਿਆਵੀ ਚੀਜ਼ ਆ ਜਾਂਦੀ ਹੈ, ਆਪ ਵੱਡੇ ਬਣਨਾ, ਦੂਜੇ ਨੂੰ ਛੋਟੇ ਬਣਾਉਣਾ। ਸਤਿਗੁਰੂ ਨਾਨਕ ਸਾਹਿਬ ਨੇ ਸੰਗਤ ਦਾ ਸਤਿਕਾਰ, ਦਸਾਂ ਸਰੂਪਾਂ ਨੇ ਸਤਿਕਾਰ ਕੀਤਾ। ਜਿਵੇਂ ਕਲਗੀਧਰ ਮਹਾਰਾਜ ਨੇ ਗੁਰਤਾ ਗੱਦੀ ਸੌਂਪਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਇਹ ਦੀਵਾਲੀ ਤੋਂ ਇੱਕ ਦਿਨ ਅਗਲਾ ਛੱਡ ਕੇ ਟਿੱਕਾ ਭਈਆ ਦੂਜ ਵਾਲੇ ਦਿਨ ਸ੍ਰੀ ਹਜ਼ੂਰ ਸਾਹਿਬ ਜੋ ਗੁਰਤਾ ਗੱਦੀ ਸੌਂਪੀ ਹੈ। ਮਹਾਰਾਜ ਜੀ ਨੇ ਜਿੱਥੇ ਆਪਣਾ ਵੱਡੀ ਸ੍ਰੀ ਸਾਹਿਬ ਉਤਾਰ ਕੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅਰਪਣ ਕੀਤੀ, ਉੱਥੇ ਤਾਬਿਆ ਭਾਈ ਮਨੀ ਸਿੰਘ ਨੂੰ ਚੌਰ ਸਾਹਿਬ ਕਰਨ ਲਾਇਆ ਅਤੇ ਤਾਬਿਆ ਪੰਜ ਪਿਆਰੇ ਖੜੇ ਕੀਤੇ, ਕਿਉਂਕਿ ਪੰਜਾਂ ਦਾ ਸਤਿਕਾਰ ਜ਼ਰੂਰੀ। ਹੁਣ ਇਹ ਵੀ ਨਾਲ ਆਪਾਂ ਖਿਆਲ ਰੱਖਣਾ ਕਿ ਭਾਈ ਬਾਬਾ ਦੀਪ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਸ਼ਹੀਦ, ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਸ਼ਹੀਦ ਭਾਈ ਗੁਰਬਖਸ਼ ਸਿੰਘ ਦਾ ਬੰਗਾ ਬਣਿਆ, ਉਹਨਾਂ ਬਾਰੇ ਅਸੀਂ ਇਸ ਵਾਰੀ ਪੜ੍ਹਿਆ ਸੀ। ਕਿਉਂਕਿ ਵਿਦਿਆ ਦਾ ਇੰਨਾ ਭੰਡਾਰ ਹੈ, ਟਾਈਮ ਵੀ ਲੱਗਦਾ ਕਈ ਵਾਰ ਇੰਨਾ। ਉਹਨਾਂ ਦਾ ਜ਼ਿਕਰ ਆਇਆ। ਟਕਸਾਲ ਦੇ ਦੂਸਰੇ ਮੁਖੀ ਹੋਏ ਨੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਅਮਰ ਸ਼ਹੀਦ। ਸੀਸ ਰੱਖਣ ਤੋਂ ਬਾਅਦ ਸਵਾ ਘੰਟਾ ਤੱਕ ਉਹ ਜੰਗ ਕਰਦੇ ਰਹੇ ਤੁਰਕਾਂ ਦੇ ਨਾਲ। ਇਹ ਸਾਰੇ ਜਣੇ ਇਸ ਕਰਕੇ ਬਾਬਾ ਦੀਪ ਸਿੰਘ ਨੇ ਸੀਸ ਤਲੀ ਤੇ ਰੱਖਿਆ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਕਲਗੀਧਰ ਮਹਾਰਾਜ ਜੀ ਤੋਂ ਸੁਣ ਕੇ ਬਦੇ ਮੁਕਤ ਹੋ ਗਏ ਸਨ। ਭਾਈ ਮਨੀ ਸਿੰਘ ਜੀ ਵਿਦੇਹੀ ਸਨ। ਇਸ ਕਰਕੇ ਬਾਬਾ ਦੀਪ ਸਿੰਘ, ਬਾਬਾ ਗੁਰਬਖਸ਼ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਵਿਨੋਦ ਸਿੰਘ ਤੇ ਪਹਿਲੇ ਹੈਡ ਪੁਜਾਰੀ ਭਾਈ ਸੰਤੋਖ ਸਿੰਘ, ਇਹ ਪੰਜ ਜਾਣਿਆਂ ਨੂੰ ਤਾਬਿਆ ਕਰਾਇਆ। ਆਪਾਂ ਨੂੰ ਇੰਨੀ ਗੱਲ ਹੀ ਸਾਹਮਣੇ ਆਉਂਦੀ ਕਿ ਗੁਰਤਾ ਗੱਦੀ, ਅੱਜ ਗੁਰਤਾ ਗੱਦੀ ਦਿਵਸ ਆ ਰਿਹਾ, ਉਹ ਆਪਾਂ ਹਜ਼ੂਰ ਸਾਹਿਬ ਮਨਾਉਣ ਚੱਲੇ ਹਾਂ। ਪਰ ਇਹ ਗੱਲ ਨੂੰ ਜਾਣ ਲਓ ਵੀ ਮਹਾਰਾਜ ਨੇ ਤਾਬਿਆ ਗ੍ਰੰਥੀ ਭਾਈ ਮਨੀ ਸਿੰਘ ਨੂੰ, ਪੰਜ ਪਿਆਰੇ ਪਿੱਛੇ, ਉਹ ਤੋਂ ਪਿੱਛੇ ਸੰਗਤ ਖੜੀ ਕੀਤੀ ਥੋੜੀ। ਸਤਿਗੁਰਾਂ ਨੇ ਸੰਗਤ ਦਾ ਮਾਣ ਬੜਾ ਰੱਖਿਆ। ਔਰ ਇਹ ਵੀ ਕਿਹਾ ਮਹਾਰਾਜ ਨੇ, ਇन्हीं की ਕਿਰਪਾ ਕੇ ਸਜੇ ਹਨ ਨਹੀਂ ਮੋਸੋ ਗਰੀਬ ਕਰੋੜ। ਇਹ ਜਿਹੜੀਆਂ ਸਤਿਗੁਰੂ ਮਹਾਰਾਜ ਨੇ ਪ੍ਰਪਾਟੀਆਂ ਰੀਤੀਆਂ ਚਲਾਈਆਂ, ਸੋ ਬਾਬਾ ਆਨੰਦ ਸਿੰਘ ਜੀ ਨੇ ਉਹ ਚੀਜ਼ ਨੂੰ ਅੱਗੇ ਕਾਇਮ ਰੱਖਦਿਆਂ ਹੋਇਆ 1 ਫੁੱਟ ਥਾਂ ਪਟਵਾ ਕੇ ਆਪ ਨੀਵੇਂ ਬਹਿਣਾ ਸੰਗਤ ਤੋਂ
ਤੇ ਸੰਗਤ ਨੂੰ ਉੱਚਾ ਬਿਠਾਉਣਾ ਤੇ ਸੰਗਤ ਨੂੰ ਦਰਜਾ ਉਚਾਈ ਦਾ ਦਿੱਤਾ। ਇਸ ਕਰਕੇ ਉਹਨਾਂ ਮਹਾਂਪੁਰਖਾਂ ਦੇ ਮਹਾਂਪੁਰਖ ਕਿਉਂ ਕਹਿੰਦੇ ਆ? ਕਿਉਂਕਿ ਉਹਨਾਂ ਨੇ ਜੋ ਗੁਰੂ ਸਾਹਿਬ ਨੇ ਮਰਿਆਦਾਵਾਂ ਬਖਸ਼ੀਆਂ ਉਹਨਾਂ ਨੂੰ ਆਪ ਕਮਾਇਆ, ਕਾਇਮ ਰੱਖਿਆ ਤੇ ਸਾਨੂੰ ਅੱਗੇ ਸਾਰਿਆਂ ਨੂੰ ਕਾਇਮ ਰੱਖਣ ਦੀ ਹਦਾਇਤ ਕੀਤੀ। ਆਪਾਂ ਵਿਚਾਰ ਵਿੱਚ ਪਾ ਕੇ ਵੀ ਜਿਵੇਂ ਕਹਿੰਦੇ ਬੜੀ ਡੂੰਘਾਈ ਵਿੱਚ ਵਿਚਾਰ ਲੈ ਜਾਣੀ ਹੋਰ ਗੱਲ ਨਹੀਂ। ਵਿਚਾਰਾਂ ਬੜੀਆਂ ਡੂੰਘੀਆਂ ਹੋ ਸਕਦੀਆਂ ਨੇ ਪਰ ਜੜ ਹੋਣੀ ਬੜੀ ਜ਼ਰੂਰੀ ਹੈ। ਹਰੇਕ ਚੀਜ਼ ਦੀ ਜੜ ਚਾਹੀਦੀ ਆਪਾਂ ਨੂੰ। ਹੁਣ ਆਪਾਂ ਨੇ ਇਹ ਗੱਲ ਦੇ ਵਿਚਾਰ ਹਮੇਸ਼ਾ ਕਰਨੀ ਕਿ ਆਪਾਂ ਪਿੱਛੇ ਸ੍ਰੀ ਨਾਨਕਸਰ ਸਾਹਿਬ ਭਗਤੀ ਦਾ ਘਰ ਕਲੇਰੀ ਜਾਓ, ਇੱਕ ਵਾਰ ਫਿਰ ਧਿਆਨ ਮਾਰੋ ਭੋਰਾ ਸਾਹਿਬ ਦੇ ਬਾਹਰ ਕੀ ਲਿਖਿਆ ਵੀ ਇਹ ਭੋਰਾ ਸਾਹਿਬ ਦੇ ਵਿੱਚ ਉਹੀ ਆ ਸਕਦਾ ਹੈ। ਉੱਥੇ ਲਿਮਟ ਬੰਨੀ ਹੋਈ ਹੈ ਜਪਜੀ ਸਾਹਿਬ ਦੇ ਪਾਠਾਂ ਦੀ, ਮੂਲ ਮੰਤਰ ਦੇ ਅਭਿਆਸ ਦੀ 6 ਮਾਲਾ, ਫਿਰ 80 ਮਾਲਾ ਵਾਹਿਗੁਰੂ ਮੰਤਰ ਜਾਂ ਜਪਜੀ ਸਾਹਿਬ ਦੇ ਪਾਠ ਜਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ। ਇਹਨਾਂ ਚੀਜ਼ਾਂ ਨੂੰ ਜਦੋਂ ਇਹ ਮੁੱਢ ਹੈ ਸਾਡਾ, ਇਹਨਾਂ ਚੀਜ਼ਾਂ ਨੂੰ ਕਮਾਉਣਾ। ਜਦੋਂ ਬਾਬਾ ਹਰੀ ਸਿੰਘ ਜੀ ਡਰਾਈਵਰ ਜਿਹੜੇ ਬਾਬਾ ਜੀ ਦੀ ਗੱਡੀ ਚਲਾਉਂਦੇ ਸਨ ਉਹ ਆਏ ਸੀ ਸੇਵਾ ਵਿੱਚ, ਮੈਂ ਸਾਰੀ ਉਹ ਸੁਣੀ ਸੀ, ਤੁਹਾਨੂੰ ਪਹਿਲਾਂ ਵੀ ਦੱਸਿਆ। ਬਾਬਾ ਜੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਇਹ ਬਚਨ ਕੀਤਾ ਸੀ, ਕਹਿੰਦੇ ਭਾਈ ਅੱਜ ਦਾ ਹਰੀ ਸਿੰਘ ਆਇਆ, ਡਰਾਈਵਰ ਰੱਖਿਆ, ਚਲੋ ਉਹਨਾਂ ਨੇ ਭੇਜਤਾ, ਰਾਜੇ ਦੇ ਵਜ਼ੀਰ ਨੇ ਗੱਡੀ ਭੇਜੀ ਹੈ, ਨਾਲ ਡਰਾਈਵਰ ਭੇਜਿਆ। ਪਰ ਭਾਈ ਈਸ਼ਰ ਸਿੰਘ ਜੀ ਵੈਸੇ ਬਾਬਾ ਜੀ ਦਾ ਪਿਆਰ ਨਾਲ ਬੋਤਾਂ ਬੋਲਦੇ ਸੀ, ਚਲੋ ਆਪਾਂ ਨਹੀਂ ਕਹਿ ਸਕਦੇ ਤਾਂ। ਕਹਿੰਦੇ ਪਰ ਇਹ ਜਿਹੜਾ ਹੈ ਭਾਈ ਜੇ ਕੁੱਤੇ ਦੇ ਪਟਾ ਨਾ ਪਾਇਆ ਹੋਵੇ ਨਾ ਉਹ ਤਾਂ ਮਾਲਕ ਦਾ ਕਹਾਉਣਾ ਨਹੀਂ। ਇਹ ਸਾਡੀ ਸੇਵਾ 'ਚ ਲੱਗਦਾ ਤੇ ਭਾਈ ਇਹ ਗੁਰੂ ਵਾਲਾ ਬਣਿਆ ਨਹੀਂ ਹਾਲ ਤੱਕ। ਮੈਂ ਨਹੀਂ ਚਾਹੁੰਦਾ ਵੀ ਮੇਰੀ ਸੇਵਾ ਕੋਈ ਬੇਅਮਰਤੀ ਨਾ ਕਰੇ। ਭਾਈ ਬੰਦਗੀ 'ਚ ਬੜਾ ਫਰਕ ਪੈਂਦਾ। ਬੇਅਮਰਤੀ ਹੈ ਬੰਦੇ ਦੇ ਹੱਥੋਂ ਖਾਣਾ। ਹੁਣ ਆਪਾਂ ਤਾਂ ਅੱਜ ਕੱਲ੍ਹ ਸਾਰੇ ਕੋਈ ਬੈਠਾ ਹੋ ਮਾਈ ਦਾ ਲਾਲ ਜਿਹੜਾ ਹੋਟਲ ਤੇ ਨਹੀਂ ਖਾਂਦਾ, ਰੇਹੜੀਆਂ ਤੇ ਨਹੀਂ ਖਾਂਦਾ, ਸਾਰੇ ਬਾਜ਼ਾਰੋਂ ਹੀ ਖਾਂਦੇ ਔਰ ਭਾਲਦੇ ਨੇ ਮਨ ਟਿਕਣਾ, ਬੰਦਗੀ ਕਰਨਾ। ਦੇਖੋ ਬਾਬਾ ਜੀ ਨੇ ਇੱਥੇ ਤੱਕ ਕਿਹਾ ਵੀ ਬੇਅਮਰਤੀ ਦੇ ਭਾਈ ਹੱਥੋਂ ਕਦੇ ਭੋਜਨ ਵੀ ਇਹ ਲਿਆ ਸਕਦਾ, ਕਦੇ ਦੁੱਧ ਵੀ ਲਿਆ ਸਕਦਾ, ਕਦੇ ਇਹ ਸਾਡੀ ਸੇਵਾ ਵੀ ਕਰ ਸਕਦਾ। ਕਹਿੰਦੇ ਫਿਰ ਕਲੇਰਾ ਪਿੰਡ ਵਿੱਚ ਅੰਮ੍ਰਿਤ ਸੰਚਾਰ ਹੋਇਆ, ਫਿਰ ਇਹ ਇੰਨੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਉਹਨਾਂ ਬਾਬਾ ਹਰੀ ਸਿੰਘ ਜੀ ਕਹਿੰਦੇ ਮੈਨੂੰ ਵੀ ਅੰਮ੍ਰਿਤ ਛਕਾਇਆ। ਹੁਣ ਆਪਾਂ ਉਹਨਾਂ ਦੇ ਸਾਰੇ ਮਹਾਂਪੁਰਖਾਂ ਦੇ ਜਿਹੜੀਆਂ ਬਰਸੀਆਂ ਤੇ ਇਕੱਠੇ ਹੁੰਦੇ ਆ, ਉਹਨਾਂ ਦੇ ਜਨਮ ਦਿਨ ਮਨਾਉਂਦੇ ਆ। ਜਿਹੜੀ ਮੂਲ ਚੀਜ਼ ਆ ਉਹਨੂੰ ਗ੍ਰਹਿਣ ਕਰੋ। ਜਦੋਂ ਪਾਤਸ਼ਾਹ ਨੇ ਕਲਗੀਧਰ ਪਿਤਾ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਸਿੰਘਾਂ ਨੂੰ ਬਖਸ਼ਿਆ, ਸੁਰਜੀਤ ਕੀਤੇ ਆ, ਜਿਵੇਂ ਗੁਰੂ ਨਾਨਕ ਸਾਹਿਬ ਦਾ ਪਹਿਲਾ ਸਿੱਖ ਰਾਏ ਬਲਾਬ ਜੀ ਔਰ ਬੇਬੇ ਨਾਨਕੀ ਜੀ ਜਿਵੇਂ ਹੋਏ ਆ, ਇਸ ਤਰ੍ਹਾਂ ਹੀ ਪੰਜਾਂ ਪਿਆਰਿਆਂ ਤੋਂ ਸਭ ਤੋਂ ਪਹਿਲਾਂ ਅੰਮ੍ਰਿਤ ਦੀ ਦਾਤ ਕਲਗੀਧਰ ਪਿਤਾ ਜੀ ਨੇ ਲਈ ਹੈ। ਆਪ ਅੰਮ੍ਰਿਤ ਛਕਿਆ। ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਇੱਕ ਅਚੰਭੇ ਜਿਹੀ ਵਾਲੀ ਗੱਲ ਹੁੰਦੀ ਹੈ ਜੀ, ਪੰਜ ਪਿਆਰੇ ਭਾਵੇਂ ਪੰਜੇ ਹੀ ਬ੍ਰਹਮ ਗਿਆਨੀ ਸੀ, ਉਹ ਆਪਾਂ ਤਾਂ ਆਮ ਸੁਣ, ਉਹ ਪੰਜ ਪਿਆਰੇ ਸੀ ਨਹੀਂ, ਉਹ ਜਿਹੜੇ ਪੰਜ ਸੀ ਉਹ ਤਾਂ ਕਈ ਯੁੱਗਾਂ ਦੀ ਕਮਾਈ ਕਰਕੇ ਇਸ ਪਦਵੀ ਤੇ ਆਏ ਸੀ ਔਰ ਐਸੀ ਅਵਸਥਾ ਦੇ ਮਾਲਕ ਸਨ ਕੋਈ ਬਿਆਨ ਨਹੀਂ ਹੋ ਸਕਦਾ। ਇੰਨੇ ਟਾਈਮ ਦੇ ਵਿੱਚ ਆਪਾਂ ਬਹਿ ਕੇ ਉਹਨਾਂ ਦੇ ਬਾਰੇ ਜੇ ਵਿਚਾਰ ਉਹ ਵੀ ਸ਼ਰਧਾ ਵਾਲਿਆਂ ਦੇ ਨਾਲ ਕਰੀਏ। ਆਮ ਬੰਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਬਹੁਤ
ਉਹਨਾਂ ਦੀ ਮਹਾਨ ਸੇਵਾ, ਮਹਾਨ ਕੁਰਬਾਨੀਆਂ। मैं ਤਾਂ उधर जा रहा कि जितों सानू जो दातां मिलियां। एक बंदे ने, मैं एक बार 5-7 प्रोफैसर बैठे सी किसी तां, मैं कहा तुसीं गुरसिख प्रोफैसर जो ये दसो कि अपनी कौम दे विच एक बारी शहीदी हुंदी फिर तो बंदा रहिंदा ही नहीं है। जब शहीदी हो गई, सीस लथ गया, शहीदी हो गई बस। मैं कहा भी 2 बार शहीदी किहने पाई अपनी कौम च? एक बार शहीद हो गया बस गया। दोबारा शहीदी सिर्फ एक प्रोफैसर ने कहा सी, हाँ जी वो भाई हिम्मत सिंह, भाई मोहकम सिंह, भाई साहब सिंह जी होए ने 2 बार शहीदी पाई। एक बार तो कलगीधर महाराज सच्चे पातशाह ने स्टेज ते सीस लए पंजां दे। दूजी बार चमकौर की गढ़ी में उन्होंने शहीदी प्राप्त की है। इन्नियां दियां वड्डियां जिहड़ियां सेवावां उन्होंने मिलियां, अमर दियां दातां प्राप्त कीतियां उन्होंने। बहुत उच्ची अवस्था के मालक, अवस्था दीदी नहीं होंगी, शरीर होना, सारे तुसीं शरीर बैठे, मेरे पीछे भी शरीर बैठे, सारे शरीर ही शरीर बैठे। पर आपां किसी के अंदर का की पता है कितने तक पहुंचे हुए, किसी का कोई नहीं कह सकता, अवस्था बारे कुछ नहीं कह सकता। वो जिवें 6वें पातशाह ढाके